ਪਹਿਲੇ ਦਿਨ ਤੋਂ ਹੀ ਪੁਲਿਸ ਜਿਹੜੀ ਹੈ ਤੁਹਾਡੇ ਸਾਹਮਣੇ ਕਿ ਜਿੱਦਣ ਦਾ ਉਹਦਾ ਕਤਲ ਹੋਇਆ ਉਦਣ ਤੋਂ ਹੀ ਪੁਲਿਸ ਇਹ ਕੰਮ ਕਰ ਰਹੀ ਹੈ ਤੇ ਲਗਾਤਾਰ ਜਾਰੀ ਹੈ। ਤੇ ਇੱਥੋਂ ਹੀ ਤੁਸੀਂ ਅੰਦਾਜ਼ਾ ਲਾ ਲਓ ਵੀ ਮੇਰੇ ਤੇ ਕੀ ਕਰ ਰਹੇ ਆ। ਮੈਂ ਅਤਵਾਦੀ, ਮੈਂ ਗੈਂਗਸਟਰ। ਜਦੋਂ ਉਹਨੂੰ ਇਹਨਾਂ ਮਾਰਦਾ ਤੇ ਮੇਰੇ ਤੇ ਗੱਲ ਹੀ ਕਰਦੇ ਆ। ਕਿਉਂ? ਕਿ ਮੈਂ ਆਵਾਜ਼ ਨਾ ਉਠਾਵਾਂ, ਮੈਂ ਇਹਨਾਂ ਨੂੰ ਕਹਾਂ ਵੀ ਸ਼ਾਬਾਸ਼, ਬਹੁਤ ਚੰਗਾ ਕੀਤਾ ਤੁਸੀਂ, ਮੇਰਾ ਮੁੰਡਾ ਮਾਰਿਆ, ਖਤਮ ਕਰਤਾ ਤੇ ਦੂਜਿਆਂ ਨੂੰ ਵੀ ਮਾਰੋ। ਤੇ ਇਹਨਾਂ ਨੂੰ ਇਸ ਗੱਲ ਦਾ ਡਰ ਆ ਕਿ ਜੇ ਇਹ ਪੈਰਵਾਈ ਕਰੂਗਾ ਇਹ ਕੇਸ 'ਚ ਫਸ ਸਕਦੇ ਆ। ਇਸ ਕਰਕੇ ਇਹਨਾਂ ਇਹ ਆ ਵੀ ਇਹਦੇ ਤੇ ਇਹ ਕਰੋ ਜਾਂ ਮੈਨੂੰ ਝੂਠੇ ਕੇਸਾਂ 'ਚ ਫਸਾਉਣ ਦੀ ਕੋਸ਼ਿਸ਼ ਕਰਨ। ਪਿਛਲੇ ਦਿਨੀ ਕਲਕੱਤਾ ਵਿੱਚ ਹੋਏ ਐਨਕਾਊਂਟਰ ਵਿੱਚ ਮਾਰੇ ਗਏ ਗੈਂਗਸਟਰ ਜੈਪਾਲ ਭੁੱਲਰ ਦੇ ਪਿਤਾ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ। ਆਪਣੀ ਚੁੱਪ ਤੋੜਦੇ ਹੋਏ ਜੈਪਾਲ ਭੁੱਲਰ ਦੇ ਪਿਤਾ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਜੈਪਾਲ ਭੁੱਲਰ ਦੇ ਐਨਕਾਊਂਟਰ ਤੋਂ ਬਾਅਦ ਉਹਨਾਂ ਦਾ ਪਰਿਵਾਰ ਕਾਫੀ ਪਰੇਸ਼ਾਨੀਆਂ ਵਿੱਚੋਂ ਲੰਘ ਰਿਹਾ ਹੈ ਕਿਉਂਕਿ ਪੁਲਿਸ ਉਹਨਾਂ ਨੂੰ ਲਗਾਤਾਰ ਪਰੇਸ਼ਾਨ ਕਰ ਰਹੀ ਹੈ। ਉਹਨਾਂ ਕਿਹਾ ਕਿ ਪਹਿਲਾਂ ਜੈਪਾਲ ਭੁੱਲਰ ਦੇ ਅੰਤਿਮ ਸੰਸਕਾਰ ਤੱਕ ਪੁਲਿਸ ਨੇ ਉਹਨਾਂ ਦੇ ਘਰ ਨੂੰ ਘੇਰਾ ਪਾਈ ਰੱਖਿਆ ਅਤੇ ਅੱਜ ਜਦੋਂ ਗੁਰਦੁਆਰਾ ਸਾਹਿਬ ਵਿੱਚ ਉਸ ਦੀ ਅੰਤਿਮ ਅਰਦਾਸ ਲਈ ਰੱਖੇ ਗਏ ਪਾਠ ਦਾ ਭੋਗ ਪਾਇਆ ਜਾ ਰਿਹਾ ਸੀ ਤਾਂ ਸਿਵਲ ਵਰਦੀ ਦੇ ਵਿੱਚ ਪੁਲਿਸ ਵੱਲੋਂ ਗੁਰਦੁਆਰਾ ਸਾਹਿਬ ਦੇ ਆਸ-ਪਾਸ ਪਹਿਰਾ ਦਿੱਤਾ ਗਿਆ। ਉਹਨਾਂ ਪੁਲਿਸ ਦੇ ਉੱਪਰ ਗੰਭੀਰ ਆਰੋਪ ਲਗਾਉਂਦਿਆਂ ਕਿਹਾ ਕਿ ਉਹਨਾਂ ਨੂੰ ਪਤਾ ਚੱਲਿਆ ਹੈ ਕਿ ਜੈਪਾਲ ਨਾਲ ਸੰਬੰਧਿਤ ਨੌਜਵਾਨਾਂ ਕੋਲੋਂ ਵੀ ਪੁੱਛਤਾਛ ਕੀਤੀ ਜਾ ਰਹੀ ਹੈ ਅਤੇ ਉਹਨਾਂ ਨੂੰ ਵੀ ਕਿਸੇ ਝੂਠੇ ਕੇਸ ਦੇ ਵਿੱਚ ਫਸਾਇਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਇਹ ਵੀ ਡਰ ਹੈ ਕਿ ਪੁਲਿਸ ਉਹਨਾਂ ਨੂੰ ਝੂਠੇ ਕੇਸ ਵਿੱਚ ਫਸਾ ਕੇ ਉਹਨਾਂ ਦਾ ਵੀ ਐਨਕਾਊਂਟਰ ਕਰ ਸਕਦੀ ਹੈ ਜਾਂ ਫਿਰ ਉਹਨਾਂ ਦੇ ਛੋਟੇ ਬੇਟੇ ਨੂੰ ਝੂਠੇ ਐਨਕਾਊਂਟਰ ਦੌਰਾਨ ਮੌਤ ਦੇ ਘਾਟ ਉਤਾਰਿਆ ਜਾ ਸਕਦਾ ਹੈ। ਆਪਣਾ ਅਖੰਡ ਪਾਠ ਦਾ ਭੋਗ ਸੀ ਰਾਮ ਲਾਲ ਜੀ ਦਾ ਗੁਰਦੁਆਰਾ ਸਾਡੇ ਮੱਲੇ 'ਚ ਉੱਥੇ ਰੱਖਿਆ ਤੇ ਪੁਲਿਸ ਨੇ ਚਾਰ ਚੁਫੇਰੇ ਗੁਰਦੁਆਰੇ ਦੇ ਗੱਡੀਆਂ ਖੜੀਆਂ ਕੀਤੀਆਂ, ਸੜਕ ਦੇ ਬੂਹੇ ਦੇ ਅੱਗੇ ਤੁਸੀਂ ਬੰਨੀਆਂ ਤੇ ਭਾਰੀ ਤਾਦਾਦ 'ਚ ਚਿੱਟੇ ਕੱਪੜਿਆਂ 'ਚ ਤੇ ਹੋਰ ਪੁਲਿਸ ਖੜੀ ਹੈ। ਤੇ ਮੈਨੂੰ ਦੇਖ ਕੇ ਬੜਾ ਦੁੱਖ ਹੋਇਆ ਵੀ ਮੇਰਾ ਪੁੱਤ ਮਰਿਆ, ਹਾਲਾਂ ਮੈਨੂੰ ਪਤਾ ਕਤਲ ਕੀਤਾ। ਤੇ ਮੈਂ ਉਹ ਗੁਰਦੁਆਰੇ ਜੇ ਉਹਦੀ ਰਸਮ ਕਰਨ ਲਈ ਲੋਕ ਆਉਂਦੇ ਆ ਤੇ ਉਹਨਾਂ ਨੂੰ ਡਰਾਉਣ ਧਮਕਾਉਣ ਲਈ ਇੰਨੀ ਤਾਦਾਦ 'ਚ ਉੱਥੇ ਪੁਲਿਸ ਲਾ ਦਿੰਦੇ ਆ, ਉਹਦੇ ਨਾਲ ਮਾਰ ਦਿੱਤਾ। ਹੁਣ ਦੱਸੋ ਵੀ ਜੇ ਇਹਨਾਂ ਪੁਲਿਸ ਲਾਈ ਆ ਤੇ ਕਿੰਨੇ ਕੁ ਇਹਨਾਂ ਅੱਤਵਾਦੀ ਫੜੇ, ਕਿੰਨੇ ਕੁ ਗੈਂਗਸਟਰ ਫੜੇ ਜਾਂ ਕੀ ਕੀਤਾ। ਜੇ ਮੇਰੇ ਘਰ ਆ ਤੇ ਮੇਰੇ ਇੰਨੇ ਦਿਨ ਘਰ ਦੇ ਦੁਆਲੇ ਚਿੱਟੇ ਕੱਪੜਿਆਂ 'ਚ ਵਰਦੀ 'ਚ ਚਾਰ ਚੁਫੇਰੇ ਪੁਲਿਸ ਲਾ ਕੇ ਹਰ ਤਰ੍ਹਾਂ ਲੋਕਾਂ ਨੂੰ ਡਰਾਇਆ ਧਮਕਾਇਆ। ਫਿਰ ਇਹਨਾਂ ਨੇ ਭੋਗ ਤੋਂ ਪਹਿਲਾਂ ਇੱਥੇ ਮੇਰੇ ਘਰ ਲੋਕ ਕਹਿੰਦੇ ਰਹੇ, ਮੁਲਾਜ਼ਮ ਆਣ ਕੇ ਕਹਿੰਦੇ ਰਹੇ ਵੀ ਅਫਸਰਾਂ ਦਾ ਹੁਕਮ ਆ ਵੀ ਭੋਗ ਤੇ ਜਿਹੜੇ ਮੁੰਡੇ ਆਏ ਉਹ ਚੱਕਣੇ ਆ ਤੇ ਭੋਗ ਤੋਂ ਬਾਅਦ ਸਾਰੇ ਮੁੰਡੇ ਚੱਕ ਲੈਣੇ ਆ ਜਿਹੜੇ ਵੀ ਜੈਪਾਲ ਦੇ ਰਿਲੇਸ਼ਨ 'ਚ ਆ। ਜੈਪਾਲ ਤੇ ਮਰ ਗਿਆ, ਪਹਿਲਾਂ ਵੀ ਇਹਨਾਂ ਤੋਂ ਡਰਦਾ ਲੁਕਿਆ ਸੀ, ਕਿਤੇ ਰਹਿੰਦਾ ਸੀ। ਤੇ ਮੈਨੂੰ ਦੱਸ ਦੇਣ ਘਰਾਂ ਤੋਂ ਜੋ ਮੁੰਡੇ ਚੁੱਕਣੇ ਆ ਤੇ ਮੈਨੂੰ ਦੱਸ ਦੇਣ, ਮੈਂ ਸਾਰੇ ਮੁੰਡੇ ਜਿਹੜੇ ਕਹਿੰਦੇ ਆ ਸਾਡੇ ਘਰ ਆਉਂਦੇ ਆ ਤੇ ਮੈਂ ਲੈ ਕੇ ਉੱਥੇ ਇਹਨਾਂ ਕੋਲ ਚਲੇ ਜਾਂਦਾ। ਤੇ ਇਹ ਬਿਲਕੁਲ ਇਹ ਧੱਕੇਸ਼ਾਹੀ ਕਰ ਰਹੇ ਆ। ਇੱਕ ਹੋਰ ਗੱਲ ਇਹਨਾਂ ਨੇ ਪਿੱਛੇ ਮੀਡੀਆ 'ਚ ਚਲਾਈ ਵੀ 60 ਕਿੱਲੇ ਪੈਲੀ ਅਜਨਾਲੇ ਦੇ ਵਿੱਚ 60 ਕਿੱਲੇ ਪੈਲੀ ਕਿਸੇ ਦੇ ਨਾਂ ਤੇ ਲਈ ਹੈ ਜੈਪਾਲ ਨੇ ਤੇ ਇੱਕ ਫੈਕਟਰੀ ਆ ਸ਼ਰਾਬ ਦੀ, ਮੈਂ ਆਪ ਖਬਰ ਵਿੱਚ ਵੇਖੀ, ਆਪਣੇ ਬੰਦਿਆਂ ਕੋਲ ਇਹਨਾਂ ਲਵਾਈ, ਪੁਲਿਸ ਨੇ ਲਵਾਈ। ਮੇਰੀ ਆਪਣੀ 5.5 ਕਿੱਲੇ ਪੈਲੀ ਸੀ, ਉਹ ਮੈਂ ਵੇਚੀ। ਉੱਥੇ 2 ਕਿੱਲੇ ਇੱਕ ਪਿੰਡ ਮੈਂ ਪੈਲੀ ਲਈ ਆ ਤੇ ਉਹ ਮੈਂ ਆਪਣੇ ਪੈਸਿਆਂ ਦੀ ਲਈ ਹੈ, ਮੈਂ ਆਪਣੀ ਪ੍ਰਾਪਰਟੀ ਵੇਚੀ, ਇੱਥੋਂ ਵੇਚੀ। ਫਿਰ 5.5 ਕਿੱਲੇ ਮੈਂ ਪੈਲੀ ਮੇਰੀ ਤੇ ਪੈਲੀ 5.5 ਕਿੱਲਿਆਂ 'ਚੋਂ 2 ਕਿੱਲੇ ਹੋ ਗਈ। ਅਸੀਂ ਦੋਵੇਂ ਭਰਾ ਮਿਹਨਤ ਕਰਨ ਵਾਲੇ ਸਾਂ, ਦਿਨੇ ਰਾਤ ਕੰਮ ਕਰਨ ਵਾਲੇ ਸਾਂ। ਮੇਰੇ ਭਰਾ ਨੇ ਟਰੱਕ ਰੱਖੇ ਸੀ, ਇਹ ਟਰੱਕ ਚਲਾਉਂਦੇ ਸਾਂ। ਕਿਸੇ ਵੇਲੇ ਮੈਂ ਖੁਦ ਇੱਕ ਪੁਲਿਸ 'ਚ ਹੋ ਕੇ ਜੇ ਮੈਂ ਛੁੱਟੀ ਛੱਟੀ ਤੇ ਹੁੰਦਾ ਤੇ ਮੈਂ ਆਪ ਟਰੱਕ ਲੈ ਕੇ ਨਾਲ ਉਹਦੇ ਚਲਾ ਜਾਂਦਾ ਸਾਂ। ਉੱਥੇ ਇਸ ਕਰਕੇ ਨਹੀਂ ਜਾਂਦਾ ਵੀ ਅਸੀਂ ਪੋਸਟ ਦਾ ਲੱਦ ਕੇ ਲਿਆਉਂਦੇ ਹਾਂ ਮਿਹਨਤ ਕਰਨ ਲਈ। ਮੈਂ ਇੱਕ ਨਾ 2 ਮਹੀਨੇ ਦੀ ਛੁੱਟੀ ਮੈਂ ਵੀ ਟਰੱਕ ਚਲਾਉਂਦਾ ਰਿਹਾ ਵੀ ਚਲੋ ਮਿਹਨਤ 'ਚ ਕੀ ਹੈਗਾ। ਤੇ ਉਹ 2 ਕਿੱਲੇ ਜ਼ਮੀਨ ਉਹਦੀ 60 ਕਿੱਲੇ ਬਣਾ ਦਿੱਤੀ ਗਈ। ਦੂਜਾ, ਜੇ ਕੋਈ ਬੱਚੇ ਬਿਮਾਰ ਆ, ਆਪ ਤੁਰਨ ਜੋਗੇ ਵੀ ਨਹੀਂ, ਐਕਸੀਡੈਂਟ ਨਾਲ ਚੂਲਾ ਵੀ ਮੇਰਾ ਬਦਲਿਆ, ਮੇਰੇ ਕੋਲ
20 ਮਿੰਟ ਤੋਂ ਬਾਅਦ ਬੈਠਾ ਨਹੀਂ ਜਾਂਦਾ ਇੱਥੇ ਗੱਦੇ ਤੇ। ਤੁਹਾਨੂੰ ਮੈਂ ਜਾਂ ਪਿਆ ਹੁੰਦਾ ਜੇ ਬਹਿਣਾ ਤੇ ਮੇਰੇ ਇੱਥੇ ਦਰਦ ਉਦੋਂ ਹੀ ਸ਼ੁਰੂ ਹੋ ਜਾਂਦੀ। 15-20 ਮਿੰਟ ਉੱਥੇ ਵੀ ਮੈਂ ਲੰਮਾ ਪਿਆ ਬੈਠਾ ਹੀ ਸਾਂ ਗੁਰਦੁਆਰੇ। ਮੈਨੂੰ ਕੋਈ ਰਾਹ ਨਹੀਂ ਲੱਭਦਾ ਵੀ ਕਿੱਧਰ ਜਾਵਾਂ। ਇੱਕ ਤਾਂ ਸਾਡਾ ਮੁੰਡਾ ਮਾਰਤਾ ਤੇ ਇਹ ਕੀ ਇਹੋ ਹੀ ਚਾਹੁੰਦੇ ਨੇ ਵੀ ਮੈਂ ਜਾ ਕੇ ਇਹਨਾਂ ਅੱਗੇ ਹੱਥ ਖੜੇ ਕਰਕੇ ਤੇ ਲਿਖ ਕੇ ਦੇ ਦਿਆਂ ਵੀ ਤੁਸੀਂ ਬੜਾ ਚੰਗਾ ਕੀਤਾ ਜੀ ਤੇ ਜੋ ਕੀਤਾ। ਤੇ ਮੈਨੂੰ ਨਹੀਂ ਲੱਗਦਾ ਵੀ ਇਹ ਮੈਂ ਵੀ ਵੋਟਾਂ ਇਸੇ ਸਰਕਾਰ ਨੂੰ ਪਾਈਆਂ ਨੇ। ਇੱਕ ਇੱਕ ਵੋਟ ਨਾਲ ਸਰਕਾਰ ਬਣਦੀ ਆ। ਕਿਸੇ ਬੰਦੇ ਦੀਆਂ ਵੀ 100 ਜਾਂ 500 ਵੋਟਾਂ ਨਹੀਂ ਹੁੰਦੀਆਂ। ਇਹਨਾਂ ਦੀ ਵੀ ਇੱਕ ਇੱਕ ਆ ਤੇ ਮੇਰੀ ਵੀ ਇੱਕ ਆ। ਅਸੀਂ ਵੀ ਇਸੇ ਸਰਕਾਰ ਨੂੰ ਵੋਟਾਂ ਪਾਈਆਂ। ਹੁਣ ਕਿੱਧਰ ਜਾਈਏ ਜੇ ਸਾਨੂੰ ਨਹੀਂ ਸਾਡੇ ਕੀਤਿਆਂ ਕਿਉਂ ਰਹਿੰਦਾ। ਸਾਨੂੰ ਦੱਸਦੇ ਵੀ ਅਸੀਂ ਕਿ ਹੋਰ ਦੇਸ਼ ਨਾਂਗਾ ਦੇ ਅਸੀਂ ਨਿਕਲ ਜਾਂਦੇ ਆ ਕਿਤੇ ਦਿਹਾੜੀ ਦੱਪਾ ਕਰਕੇ ਜਿਹੜੀ ਜ਼ਿੰਦਗੀ ਕੱਟ ਲੈਂਦੇ ਆ। ਸਾਡਾ ਮੁੰਡਾ ਕਤਲ ਕਰ ਦਿੱਤਾ। ਹੁਣ ਸਾਨੂੰ ਇਹ ਜੀਣ ਨਹੀਂ ਦਿੰਦੇ। ਭੋਗ ਤੇ ਉੱਥੇ 4 ਚੁਫੇਰੇ ਪੁਲਿਸ ਲਾਈ ਆ। ਦੱਸੋ ਕੀ ਮੋਟਿਵ ਆ? ਇੰਨੀ ਬੇਇੱਜ਼ਤੀ ਲੋਕ ਰਿਸ਼ਤੇਦਾਰ ਹੋਰ ਵੇਖ ਕੇ ਆਮ ਜਨਤਾ ਜਿਹੜੀ ਹੈ ਇਹੋ ਹੀ ਪ੍ਰਭਾਵ ਦੇਣ ਲਈ ਵੀ ਇਹ ਜਿਹੜਾ ਸਾਰਾ ਪਰਿਵਾਰ ਆ ਇਹ ਬੜਾ ਕ੍ਰਿਮੀਨਲ ਆ ਤੇ ਇਹ ਗੁਰਦੁਆਰੇ 'ਚ ਵੀ ਕੋਈ ਵਾਰਦਾਤ ਕਰ ਸਕਦੇ ਆ ਜਾਂ ਗੁਰਦੁਆਰੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਇੱਥੇ ਅੱਤਵਾਦੀ ਇਕੱਠੇ ਹੋ ਸਕਦੇ ਆ। ਇੱਥੇ ਗੈਂਗਸਟਰ ਮੇਰੇ ਨਾਲ ਮੀਟਿੰਗ ਕਰ ਸਕਦੇ ਆ ਜਾਂ ਹੋਰ ਕੁਝ ਕਰ ਸਕਦੇ ਆ। ਇੱਥੋਂ ਜਿੱਥੇ ਮਰਜ਼ੀ ਇੱਕ ਇੱਕ ਪੈਸੇ ਦਾ ਹਿਸਾਬ ਲੈ ਲੈਣ ਪ੍ਰਾਪਰਟੀ ਦਾ, ਮੈਨੂੰ ਲਿਖ ਕੇ ਨੋਟਿਸ ਦੇਣ ਜਾਂ ਜਿੱਥੇ ਮੈਂ ਇਹਨਾਂ ਨੂੰ ਜਵਾਬ ਦੇਣਾ। 2 ਕਿੱਲੇ ਜ਼ਮੀਨ ਮੈਂ ਲਈ ਤੇ 5.5 ਕਿੱਲੇ ਜ਼ਮੀਨ ਮੇਰੀ ਪਿਓ ਦੀ ਮੈਂ ਆਪਣੇ ਦੀ ਵੇਚੀ ਸੀ। ਤੇ ਉਦੋਂ ਬਾਅਦ ਅਸੀਂ ਕਈ ਥਾਈਂ ਉਲਟ ਪੁਲਟ ਕੀਤਾ, ਬਦਲੇ ਉੱਥੋਂ ਬਦਲ ਕੇ ਪਿੰਡੋਂ ਆਏ ਅੱਤਵਾਦ ਦੇ ਦਿਨਾਂ ਦੇ ਮਾਰੇ। ਉੱਥੇ ਢਾਣੀ ਤੇ ਮੇਰਾ ਭਤੀਜਾ ਛੋਟਾ ਜਿਹਾ ਮਰ ਗਿਆ। ਮੇਰੇ ਭਰਾ ਦੀਆਂ ਬਾਹਾਂ ਬੂਹਾਂ ਤੋੜੀਆਂ ਉਹਨਾਂ, ਉਹ ਘਰ ਛੱਡ ਕੇ ਮੈਂਟਲ ਹੋ ਗਿਆ, ਭੱਜ ਗਿਆ। ਤੇ ਇਹ ਹੁਣ ਮੈਨੂੰ ਸਮਝ ਨਹੀਂ ਆਉਂਦੀ ਵੀ ਕੀ ਚਾਹੁੰਦੇ ਆ ਸਾਡੇ ਤੋਂ। ਇਹ ਪੁਲਿਸ ਜਿਹੜੀ ਆ ਇੰਨਾ ਸਾਡੇ ਤੇ ਆ ਜੇ ਪੋਸਟਮਾਰਟਮ ਵੀ ਦੁਬਾਰਾ ਜਾਂ ਮਾੜੀ ਮੋਟੀ ਸੁਣਵਾਈ ਹੋਈ ਹੈ ਤੇ ਉਹ ਵੀ ਤੁਹਾਡੇ ਮੀਡੀਆ 'ਚ ਲੋਕਾਂ ਨਾਲ ਸਾਡੀ ਹੋਈ ਹੈ ਤੇ ਉਹ ਵੀ ਰਿਪੋਰਟ ਦੇ ਵਿੱਚ ਇੱਕ ਡਾਕਟਰ ਲਿਖਣ ਡਿਆ ਜਿਹੜਾ ਵੀ ਸੱਟਾਂ ਲੱਗੀਆਂ ਨੇ, ਜਿੰਦਿਆਂ ਨੂੰ ਲੱਗੀਆਂ ਨੇ, ਪਰ ਇਹ ਫਿਜ਼ੀਕਲ ਟਾਰਚਰ ਨਾਲ ਨਹੀਂ ਲੱਗੀਆਂ। ਤੇ ਮੇਰੇ ਪਰਿਵਾਰ ਨਾਲ ਤੇ ਹੋਰ ਕੋਈ ਜਿਹੜੇ ਬੱਚਿਆਂ ਨਾਲ, ਛੋਟੇ ਬੱਚੇ ਨਾਲ ਪੜ੍ਹਦੇ ਪੁੜਦੇ ਰਹੇ ਆ, ਉਹ ਕੋਈ ਦਵਾਈ ਲਿਆਉਂਦਾ, ਕਿਸੇ ਨੂੰ ਕੁਛ ਮੰਗਾਉਂਦੇ ਆ, ਇਹ ਉਹਨਾਂ ਨੂੰ ਵੀ ਡਰਾਉਂਦੇ ਧਮਕਾਉਂਦੇ ਆ। ਤੇ ਇਸ ਕਰਕੇ ਮੈਂ ਤੁਹਾਡੇ ਰਾਹੀਂ ਇਹਨਾਂ ਨੂੰ ਦੱਸਦਾ ਵੀ ਜਿਹੜੇ ਮੁੰਡੇ ਚੱਕਣੇ ਜਿਉਂ ਤੋਂ ਤੁਹਾਨੂੰ ਇੰਨੀ ਲਾਉਣ ਦੀ ਚੱਕਣ ਦੀ ਲੋੜ ਹੀ ਨਹੀਂ। ਜਿਹੜੇ ਮੇਰੇ ਘਰ ਜਾਂ ਸੰਪਰਕ 'ਚ ਮੈਨੂੰ ਦੱਸ ਦਿਓ, ਲਿਸਟ ਬਣਾ ਕੇ ਦੇ ਦਿਓ, ਮੈਂ ਮੁੰਡੇ ਉੱਥੇ ਲੈ ਆਉਣਾ ਤੁਹਾਡੇ ਜਿੱਥੇ ਵੀ ਆ। ਜਿਹੜੀ ਉਹਨਾਂ ਨੂੰ ਗੋਲੀ ਮਾਰਨੀ ਹੈ ਮਾਰ ਦਿਓ। ਤੇ ਡਰਾ ਧਮਕਾ ਕੇ ਕਿਸੇ ਬੱਚੇ ਨੂੰ ਹੋਰ ਭਜਾ ਕੇ ਮੁੜ ਕੇ ਉਹਨੂੰ ਸ਼ੂਟ ਕਰਨਗੇ। ਇਹਨਾਂ ਦਾ ਤੇ ਸਹੀ ਦਾ ਤੇ ਸ਼ਿਕਾਰੀਆਂ ਵਾਲਾ ਵਾ ਵੀ ਜੇ ਸ਼ਿਕਾਰ ਹੋਊਗਾ ਤੇ ਖੇਡਾਂਗੇ ਫਿਰ ਹੀ ਆਪਾਂ। ਤੁਹਾਨੂੰ ਕਿਉਂ ਲੱਗਦਾ ਕਿ ਸ਼ੂਟ ਕਰਨਗੇ ਇਹ ਪੁਲਿਸ ਸਾਹਿਬ? ਉਸ ਤੋਂ ਬਾਅਦ ਜਦੋਂ ਭਜਾ ਦਿੰਦੇ ਆ ਮੁੰਡੇ ਨੂੰ, ਬਿਜਲੀਆਂ ਲਾਉਂਦੇ ਆ, ਚੱਡੇ ਪਾੜਦੇ ਆ, ਬੱਚੇ ਡਰਦੇ ਭੱਜ ਜਾਂਦੇ ਆ, ਕੁੱਟ ਤੋਂ ਡਰਦੇ ਭੱਜ ਜਾਂਦੇ ਆ। ਮੁੜ ਕੇ ਇਹਨਾਂ ਨੂੰ ਫਿਰ ਮੌਕਾ ਮਿਲ ਜਾਂਦਾ, ਉਹਨਾਂ ਦੇ ਕੇਸ ਪਾਈ ਜਾਂਦੇ ਆ। ਕਿਤੇ ਵਾਰਦਾਤ ਹੋ ਗਈ ਭਗੌੜੇ ਤੇ ਪਾਤੀ, ਕਿਤੇ ਹੋ ਗਈ ਨਾ ਤੇ ਉਹਦੇ ਵਾਰਸ ਕਹਿ ਸਕਦੇ ਆ ਵੀ ਇਹਨੇ ਨਹੀਂ ਕੀਤਾ, ਨਾ ਉਹ ਆਪ ਸਾਹਮਣੇ ਪੇਸ਼ ਕਰ ਸਕਦਾ। ਤੇ ਉੱਤੇ ਕੇਸਾਂ ਦੀ ਲੜੀ ਬਣਾਉਣ ਦੇ ਫਿਰ ਮਾਰ ਦਿੰਦੇ ਆ। ਉਹਦੇ ਨਾਲ ਇਹਨਾਂ ਦੀ ਬੱਲੇ ਬੱਲੇ ਹੋ ਜਾਂਦੀ ਆ। ਹੁਣ ਇਲੈਕਸ਼ਨਾਂ ਨੇੜੇ ਨੇ, ਹੁਣ ਇਹਨਾਂ ਇਹ ਹੀ ਪਲਾਨ ਬਣਾਇਆ ਵੀ ਚਲੋ ਇਹਨੂੰ ਜੈਪਾਲ ਨੂੰ ਮਾਰ ਦਿਓ। ਕੇਸ ਪਾ ਕੇ ਐਡਾ ਵੱਡਾ ਗੈਂਗਸਟਰ ਕੀਤਾ ਸੀ। ਸਾਰੇ ਸ਼ਹਿਰ ਨੂੰ ਪੁੱਛ ਲਓ ਵੀ ਕਿੱਡਾ ਕੋਈ ਬਦਮਾਸ਼ ਸੀ ਤੇ ਕਿਹੜਾ ਗੈਂਗਸਟਰ ਸੀ। ਇਹਨਾਂ ਕੋਈ ਜਾਨ ਬਚਾ ਕੇ ਲੁਕਿਆ ਸੀ ਤੇ ਇਹਨਾਂ ਉੱਥੇ ਲੱਭ ਕੇ ਮਾਰਤਾ। ਟਰੇਸ ਹੋ ਗਿਆ ਕਰਕੇ 2-3 ਦਿਨ ਪਹਿਲਾਂ ਇਹਨਾਂ ਉੱਥੋਂ ਟਰੇਸ ਕੀਤਾ। ਟਰੇਸ ਕਰਕੇ ਤੇ ਉਹਨੂੰ ਟਾਰਚਰ ਕਰਕੇ ਵੱਢ ਕੇ ਮਾਰਿਆ। ਜਿਵੇਂ ਪੁਰਾਣੇ ਟਾਈਮ 'ਚ ਸੁਣਦੇ ਆਉਂਦੇ ਆ ਵੀ ਕੱਟ ਕੇ ਉਹਦੇ ਪੀਸ ਤੱਕ ਕੀਤੇ। ਤੇ ਡਾਕਟਰ ਦੇਖੋ ਕੀ ਲਿਖਣ ਡਿਆ। ਕੋਈ ਇੱਥੇ ਨਿਆਂ ਹੈ? ਪੁਲਿਸ ਸਾਹਿਬ ਤੁਸੀਂ ਹੁਣ ਕੋਈ ਕੋਰਟ ਦਾ ਵੀ ਰੁਖ ਕਰੋਗੇ, ਇਸ ਕੇਸ ਦਾ ਰੁਖ ਕਰੋਗੇ ਅੱਗੋਂ? ਮੈਨੂੰ ਤੇ ਆ ਹੀ ਨਹੀਂ ਆਉਂਦਾ ਵੀ ਇਹ ਚਾਹੁੰਦੇ ਕੀ ਆ। ਇਹ ਸਰਕਾਰ ਹੈ, ਅਕਸਰ ਕੈਪਟਨ ਜਿਹੜਾ ਇਹਦੇ ਅੰਦਰ ਗ੍ਰਹਿ ਮਹਿਕਮਾ ਵਾ, ਇਹ ਮੁੱਖ ਮੰਤਰੀ ਆ, ਇੱਕ ਅੰਦਰ ਵੜ ਕੇ ਐਡੇ ਵੱਡੇ ਹਾਊਸ ਦੇ ਇੱਕ ਰਾਜਾ ਬੈਠਾ। ਤੇ ਮੈਨੂੰ ਤੇ ਇਹ ਨਹੀਂ ਪਤਾ ਵੀ ਇਹਦੀ ਕਮਾਂਡ ਕੌਣ ਕਰ ਰਿਹਾ। ਗੁਰਦੁਆਰਿਆਂ ਦੇ 4 ਚੁਫੇਰੇ ਇੰਨੀ ਪੁਲਿਸ ਲਾਉਣ ਦਾ ਕੀ ਮੋਟਿਵ ਹੈ? ਅਸੀਂ ਆਪਣੇ ਬੱਚੇ ਦੀ ਭੋਗ ਪਾਉਣ ਡਏ ਹਾਂ ਤੇ ਉੱਥੇ ਵੀ ਜਿਹੜੇ 4 ਚੁਫੇਰੇ ਪੁਲਿਸ ਲਾਈ ਜਾਂਦੀ ਹੈ, ਡਰਾਇਆ ਧਮਕਾਇਆ ਜਾਂਦਾ, ਚਿੱਟੇ ਕੱਪੜਿਆਂ 'ਚ
ਪੁਲਿਸ ਵਾਲੇ ਜਿਹੜੇ ਆ ਲੋਕਾਂ ਨੂੰ ਤਲਾਸ਼ੀਆਂ ਲੈਂਦੇ ਆ, ਵਰਦੀ 'ਚ ਗੱਡੀਆਂ ਸਾਰੇ ਲਾਈਆਂ ਜਾਂਦੀਆਂ ਵੀ ਪੁਲਿਸ ਦਾ ਬਹੁਤ ਪਹਿਰਾ। ਇੱਥੇ ਮੇਰੇ ਘਰ ਮਰਗ ਤੇ ਬੈਠਿਆਂ ਲੋਕਾਂ ਨੂੰ ਕਿਹਾ ਜਾਂਦਾ ਵੀ ਮੁੰਡੇ ਚੱਕ ਲੈਣੇ ਆ ਜੀ। ਤੇ ਮੈਨੂੰ ਬਹੁਤ ਪਰੇਸ਼ਾਨੀ ਆ ਤੇ ਦੁੱਖ ਵੀ ਆ ਵੀ ਇਹ ਕਿਹੋ ਜਿਹਾ ਰਾਜ ਆ ਤੇ ਕੀ ਇਹ ਸੋਚਦੇ ਆ ਵੀ ਬਿਲਕੁਲ ਵੀ ਉਹਦਾ ਕਤਲ ਕਰਤਾ ਤਾਂ ਏਡੀ ਆ ਦੇ ਸਾਨੂੰ ਵੀ ਮਾਰ ਦੇ, ਏਡੀ ਜਲਾਲਤ ਨਾਲੋਂ ਤਾਂ ਸਾਨੂੰ ਗੋਲੀਆਂ ਹੀ ਮਾਰਦੇ ਜਿਹੜੇ ਅਸੀਂ ਕੋਈ ਇੱਕ ਦੋ ਜੀਅ ਬਚੇ ਹਾਂ। ਪੁਲਿਸ ਸਾਹਿਬ, ਤੁਹਾਡੇ ਨਾਲ ਕਿਸੇ ਪੁਲਿਸ ਅਧਿਕਾਰੀ ਨੇ ਫੋਨ ਤੇ ਵੀ ਕੋਈ ਰਾਬਤਾ ਕੀਤਾ ਹੈਗਾ ਇਹਨਾਂ ਚੀਜ਼ਾਂ ਨੂੰ ਲੈ ਕੇ, ਜਾਂ ਕਦੀ ਕੋਈ ਘਰੇ ਆ ਕੇ ਕਿਹਾ ਹੈਗਾ? ਕਦੀ ਇਹ ਪੁਲਿਸ ਅਧਿਕਾਰੀ ਨੇ ਕੋਈ ਰਾਬਤਾ ਨਹੀਂ ਕੀਤਾ। ਪੁਲਿਸ ਅਧਿਕਾਰੀ ਤੇ ਉਹੀ ਕੰਮ ਬਾਹਰ ਕਰਦੇ ਨੇ। ਹਾਂ, ਪਿੱਛੇ ਜਦੋਂ ਸੀ ਉਦੋਂ SDM ਸਾਹਿਬ ਆਏ, ਉਹਨਾਂ ਨੇ ਗੱਲ ਕੀਤੀ, ਮੈਂ ਉਹਨੂੰ ਬਿਲਕੁਲ ਸੈਟੀਸਫਾਈ ਕੀਤਾ ਵੀ ਅਸੀਂ ਕਾਨੂੰਨ ਨੂੰ ਮੰਨਣ ਵਾਲੇ ਲੋਕ ਆ ਤੇ ਅਸੀਂ ਕੋਈ ਇਹੋ ਜਿਹੀ ਨਹੀਂ ਕਰਾਂਗੇ। ਸਰ, ਤੁਸੀਂ ਸਾਡੇ ਵੱਲੋਂ ਬਿਲਕੁਲ ਬੇਫਿਕਰ ਹੋ ਜਾਓ ਤੇ ਸਾਡੇ ਨਾਲ ਜ਼ਿਆਦਤੀ ਨਾ ਕੀਤੀ ਜਾਵੇ। ਤੇ ਖੈਰ ਉਹਨਾਂ ਆਪਣੇ ਤੌਰ ਤੇ SDM ਸਾਹਿਬ ਨੇ ਕੋਸ਼ਿਸ਼ ਵੀ ਕੀਤੀ, ਪਰ ਇੱਥੇ ਉਹਨਾਂ ਕਈਆਂ ਦੇ ਸਾਹਮਣੇ ਕਿਹਾ ਵੀ ਪੁਲਿਸ ਮਨ ਮਰਜ਼ੀ ਕਰਦੀ ਹੈ ਜੀ, ਵੀ ਇਹ ਜਾਣਦੇ ਹੋ ਮੇਰੇ ਵੀ ਬੇਵਾਸਿਆਂ ਮੈਂ। SDM ਸਾਹਿਬ ਨੇ ਇੱਥੇ ਕਿਹਾ ਸੀ, 8-7 ਦੇ ਸਾਹਮਣੇ ਕਿਹਾ। ਹੁਣ ਤੁਸੀਂ ਕੋਈ ਕੋਰਟ ਦਾ ਰੁਖ ਕਰੋਗੇ ਭੁੱਲਰ ਸਾਹਿਬ, ਜਿੱਦਾਂ ਤੁਸੀਂ ਮਾਨਯੋਗ ਹਾਈ ਕੋਰਟ ਦੇ ਵਿੱਚ ਦੁਬਾਰਾ ਤੋਂ ਪੋਸਟਮਾਰਟਮ ਜਿਹੜਾ ਕਰਵਾਇਆ, ਹੁਣ ਜਿਹੜੀ ਰਿਪੋਰਟ ਆਈ ਉਹਨੂੰ ਲੈ ਕੇ ਕੋਈ ਮਾਨਯੋਗ ਹਾਈ ਕੋਰਟ ਜਾਂ ਸੁਪਰੀਮ ਕੋਰਟ ਦਾ ਤੁਸੀਂ ਫਿਰ ਜਾਓਗੇ, ਕੇਸ ਲੜੋਗੇ ਇਹਦਾ ਕੋਈ ਅੱਗੋਂ, ਕੋਈ ਐਵੇਂ ਦੀ ਗੱਲ ਹੈਗੀ ਹੈ? ਬਿਲਕੁਲ ਲੜਾਂਗੇ, ਬਿਲਕੁਲ ਕੇਸ ਲੜਾਂਗੇ। ਜਿਸ ਤਰ੍ਹਾਂ ਇਹ ਮੈਨੂੰ ਡਰਾਉਂਦੇ ਧਮਕਾਉਂਦੇ ਆ, ਜਿੰਨਾ ਚਿਰ ਹਾਂ ਮੈਨੂੰ ਮਾਰ ਦੇਣ ਗੱਲ ਵੱਖਰੀ ਹੈ, ਮੈਂ ਬਿਲਕੁਲ ਕੇਸ ਲੜਾਂਗਾ, ਬਿਲਕੁਲ ਅਦਾਲਤ ਦਾ ਆਖਰੀ ਦਮ ਤੱਕ ਲੜਾਂਗਾ। ਕੀ ਪੈਰਵਾਈ ਕਰੋਗੇ ਤੁਸੀਂ ਜਿਹੜੀ? ਮੈਂ ਇਹੋ ਹੀ ਪੈਰਵਾਈ ਕਰਾਂਗਾ ਵੀ ਇਹ ਬੱਚੇ ਦੋਵੇਂ ਐਨਕਾਊਂਟਰ ਕੀਤੇ ਆ, ਫੜ ਕੇ ਕੀਤੇ ਆ, ਤੇ ਮੈਂ ਕੋਰਟ 'ਚ ਬਿਲਕੁਲ ਆਪਣਾ ਪੱਖ ਰੱਖਾਂਗਾ। ਜਿਹੜੀਆਂ ਫਾਲਤੂ ਸੱਟਾਂ ਆਈਆਂ ਸੀ ਜਿਨ੍ਹਾਂ ਬਾਰੇ ਕਹਿ ਰਹੇ ਆ ਵੀ ਸੱਟਾਂ ਲੱਗੀਆਂ ਪਰ ਉਹ ਨਹੀਂ, ਉਹਦੇ ਬਾਰੇ? ਹਾਂਜੀ, ਉਹ ਤਾਂ ਹੁਣ ਦੇਖ ਲਓ ਵੀ ਡਾਕਟਰ ਕੋਲ ਪੁੱਛਿਆ ਨਹੀਂ ਗਿਆ ਵੀ ਸੱਟਾਂ ਕਿਵੇਂ ਲੱਗੀਆਂ, ਸੱਟਾਂ ਦੇ ਦੇਣ ਡਿਆ ਵੀ ਸੱਟਾਂ ਹੈਗੀਆਂ। ਤੇ ਫਿਰ ਇੱਥੋਂ ਤੱਕ ਦੱਸ ਦਿਓ ਵੀ ਮੈਂ ਇਹਨਾਂ ਨੂੰ ਕਿਹਾ ਵੀ ਮੇਰੇ ਨਾਲ ਸੀ ਤੇ ਵੀ ਸਾਡੇ ਕੋਲ ਫੀਸ ਲੈ ਲਓ ਤੇ ਡੈੱਡ ਬਾਡੀ ਦੀ ਸਕੈਨ ਕਰੋ। ਤੇ ਉਹ ਕਹਿੰਦੇ ਨਹੀਂ ਜੀ, ਕੋਰਟ ਨੇ ਸਕੈਨ ਦਾ ਨਹੀਂ ਲਿਖਿਆ, ਤੇ ਜਦੋਂ ਸੱਟਾਂ ਦੇਖਦੀਆਂ ਨੇ ਸਕੈਨ ਤਾਂ ਕਰੀਦੀ ਹੈ ਜੇ ਸੱਟਾਂ ਨਾ ਦੇਖਦੀਆਂ। ਤੇ ਉਹਨਾਂ ਨੂੰ ਜਿੰਨੀ ਉਹ ਰਿਪੋਰਟ ਖਰਾਬ ਦੇ ਸਕਦੇ ਸੀ ਉਹਨਾਂ ਨੇ ਡਾਕਟਰਾਂ ਦਿੱਤੀ। ਹੁਣ ਕੋਰਟ ਨੇ ਨਹੀਂ ਪੁੱਛਿਆ, ਕੋਈ ਇਹ ਨਹੀਂ ਹੈ ਡਾਕਟਰ ਸੱਟਾਂ ਦੇ ਕੋਈ ਦੇ ਸਕਦਾ, ਤੇ ਸੱਟਾਂ ਫਿਜ਼ੀਕਲ ਟਾਰਚਰ ਨਾਲ ਲੱਗੀਆਂ ਲਿਖਣਾ ਕਰਨਾ, ਉਹ ਸਿਰਫ ਇਹ ਹੀ ਸਾਬਤ ਕਰਨਾ ਵਾ ਵੀ ਇਹ ਰਫਾ ਦਫਾ ਇਹਨੂੰ ਕਤਲ ਨੂੰ ਕਰ ਦਿੱਤਾ ਜਾਏ। ਪੋਸਟਮਾਰਟਮ ਰਿਪੋਰਟ ਤੇ ਤੁਸੀਂ ਸਵਾਲ ਖੜੇ ਕਰਦੇ ਹੋ, ਕਿਹਨੂੰ ਦੋਸ਼ੀ ਮੰਨਦੇ ਹੋ ਇਹਦੇ ਵਿੱਚ? ਸਿਸਟਮ ਨੂੰ ਦੋਸ਼ੀ ਮੰਨਦੇ। ਇਹਦੇ 'ਚ ਵੀ ਕੱਲਾ ਮੈਂ ਜੇ ਪੁਲਿਸ ਨਾਲ ਕਹਿ ਕੇ ਗੱਲ ਨਹੀਂ ਬਣਦੀ, ਸਿਸਟਮ ਦੋਸ਼ੀ। ਕੀ ਹੋਇਆ 1847-48 ਦੇ ਵਿੱਚ ਪੰਜਾਬ 'ਚ ਕੁਝ ਗਦਾਰਾਂ ਦੇ ਕਾਰਨ ਪੰਜਾਬ ਦਾ ਰਾਜ ਅੰਗਰੇਜ਼ਾਂ ਦੇ ਹੱਥ ਆ ਗਿਆ। ਇਹਨਾਂ ਦੇ ਕੁਝ ਜਿਹੜੇ ਉਸ ਟਾਈਮ ਮੰਤਰੀ ਤੇ ਪ੍ਰਧਾਨ ਮੰਤਰੀ ਸੀ, 2-3, ਮੈਂ ਉਹ ਗੱਲ ਕਰਾਂਗਾ ਬੜੀ ਲੰਮੀ ਹੋ ਜਾਏਗੀ, ਤੇ ਉਹ ਸਰਕਾਰ ਨਾਲ ਲੜੇ ਸੀ ਤੇ ਉਹਨਾਂ ਨੇ ਫੌਜਾਂ ਪੰਜਾਬ ਦੀਆਂ ਹਰਾਤੀਆਂ। ਇੱਕ ਬੰਨੇ ਅੰਗਰੇਜ਼ ਸੀ, ਅੰਗਰੇਜ਼ ਨਾਲ ਬਾਕੀ ਦੇਸ਼ ਦੀ ਫੌਜ ਸੀ, ਜੇ ਉਹਦੇ ਜਿਹੜੀ ਇੱਥੇ ਹੀ ਹੋਈ, ਫਿਰੋਜ਼ਪੁਰ 'ਚ ਜੰਗ ਹੋਈ, ਬੁਰੀ ਤਰ੍ਹਾਂ ਹਰਾ ਦਿੱਤੀਆਂ ਗਈਆਂ। ਜਦੋਂ ਪੰਜਾਬ 'ਚ ਇਹਨਾਂ ਰਾਜ ਕੰਮ ਕੀਤਾ ਤੇ ਅੰਗਰੇਜ਼ਾਂ ਨੇ ਆਪਣਾ ਸਿਸਟਮ ਚਲਾਇਆ। ਅੰਗਰੇਜ਼ਾਂ ਦੀ ਗਿਣਤੀ ਬੜੀ ਘੱਟ ਸੀ ਤੇ ਉਹਨਾਂ ਨੇ 1861 'ਚ ਇਹ IPC, CRPC, ਜੁਡੀਸ਼ੀਅਲ ਸਿਸਟਮ ਤੇ ਪੁਲਿਸ ਐਕਟ ਬਣਾਏ। ਅਫਸਰਾਂ ਨੂੰ ਉਹਦੇ 'ਚ ਬਹੁਤ ਵੱਡੀਆਂ ਸਹੂਲਤਾਂ ਸਨ। ਜਿੰਨੇ ਉਸ ਟਾਈਮ ਵੱਡੇ ਅਫਸਰ ਸਨ, SP, SSP ਤੇ IPS, ਸਾਰੇ ਅੰਗਰੇਜ਼ ਸਨ। ਛੋਟੇ ਜਿਹੜੇ ਮੁਲਾਜ਼ਮ ਸਨ ਉਹ ਸਾਡੇ ਇੰਡੀਅਨ ਸਨ। ਉਹ ਇਸ ਸਿਸਟਮ ਦੇ ਸਿਰ ਤੇ ਦੇਖ ਲਓ ਵੀ ਇੰਨੀ ਚਿਰ ਰਾਜ ਕਰ ਗਏ, ਕਿਉਂਕਿ ਸਿਸਟਮ ਦੇ ਚੱਕਰ 'ਚ ਲੋਕਾਂ ਨੂੰ ਪਾ ਦਿੱਤਾ ਗਿਆ। ਇਹੋ ਹੀ ਸਿਸਟਮ, ਇਹੋ ਹੀ ਕੋਟਾਂ ਕਾਲੇ ਪਾਣੀ ਦੀਆਂ ਸਜ਼ਾ ਦਿੰਦੀਆਂ ਰਹੀਆਂ, ਇਹੋ ਕੋਟਾਂ ਹੀ ਫਾਂਸੀ ਦਿੰਦੀਆਂ ਰਹੀਆਂ। ਸੈਂਕੜੇ ਲੋਕਾਂ ਨੂੰ ਆਜ਼ਾਦੀ ਘੁਲਾਟੀਆਂ ਨੂੰ ਝੂਠੇ ਕੇਸਾਂ 'ਚ ਫਾਂਸੀ ਦਿੱਤੀ ਗਈ। ਇਹਨਾਂ ਨੇ ਪੰਜਾਬੀਆਂ ਨੂੰ ਹੀ ਫਿਰ ਵਰਤਿਆ, ਇਕੱਲੇ ਸਿੱਖਾਂ ਨੂੰ ਨਹੀਂ, ਸਾਰੇ ਪੰਜਾਬੀਆਂ ਨੂੰ ਹੀ ਵਰਤ ਕੇ ਉਹਨਾਂ ਦੇ ਖਿਲਾਫ ਲਹਿਰ ਚਲਾਈ। ਲਹਿਰ ਚਲਾ ਕੇ ਤੇ ਉਹਨਾਂ ਨੇ ਜਦੋਂ ਇਹਨਾਂ ਨੂੰ ਕਿਹਾ ਵੀ ਠੀਕ ਆ ਅਸੀਂ ਦਿੰਦੇ ਹਾਂ, ਤੇ ਇਹਨਾਂ ਸਿਸਟਮ ਉਸ ਤਰ੍ਹਾਂ ਹੀ ਹੈਕ ਕਰ ਲਿਆ, ਕੋਈ ਚੀਜ਼ ਨਹੀਂ ਬਦਲੀ।
ਸਿਰਫ ਇਹ ਚੀਜ਼ ਹੀ ਬਦਲਿਆ ਵੀ 26 ਜਨਵਰੀ ਤੇ 15 ਅਗਸਤ ਤੇ ਸਾਡੇ ਸਕੂਲ ਦੀਆਂ ਤੇ ਕਾਲਜ ਦੇ ਬੱਚਿਆਂ ਕੋਲ ਉਸ ਤਰ੍ਹਾਂ ਦੇ ਕੱਪੜੇ ਪਾ ਕੇ ਨਚਾਇਆ ਜਾਂਦਾ ਉੱਥੇ, ਤੇ ਦੂਜੇ ਜਿਹੜੇ ਲੋਕ ਕੁਰਸੀਆਂ ਦੇ ਬੈਠੇ ਹੁੰਦੇ ਸਾਡੀਆਂ ਧੀਆਂ ਭੈਣੀਆਂ ਉਟਪਟਾਂਗ ਕੱਪੜੇ ਪਾ ਕੇ ਡਾਂਸ ਕਰ ਰਹੀਆਂ ਹੁੰਦੀਆਂ, ਤੇ ਉੱਥੇ 26 ਜਨਵਰੀ ਤੇ 15 ਅਗਸਤ ਤੋਂ ਬੱਚਿਆਂ ਕੋ ਗਾਣੇ ਗਾਏ ਜਾਂਦੇ ਆ ਕਿ ਸਾਰੇ ਜਹਾਂ ਸੇ ਅੱਛਾ ਹੈ ਹਿੰਦੁਸਤਾਨ ਹਮਾਰਾ। ਹਿੰਦੁਸਤਾਨ 'ਚ ਇਹ ਸੀ ਵੀ ਅੱਗੇ ਅੰਗਰੇਜ਼ ਸਨ, ਤੇ ਅੰਗਰੇਜ਼ ਅਫਸਰ ਇਹਨਾਂ ਸਾਡੇ ਇੰਡੀਅਨ ਅਫਸਰਾਂ ਨੂੰ ਕੁਆਲਿਟੀ 'ਚ ਕਿਤੇ ਚੰਗੇ ਸਨ, ਉਹਨਾਂ ਐਵੇਂ ਇੰਨਾ ਰਾਜ ਨਹੀਂ ਕੀਤਾ। ਹੁਣ ਉਹਨਾਂ ਦੀ ਜਗ੍ਹਾ ਜਿਹੜੇ ਇਹ ਅਫਸਰ ਆ ਗਏ ਜਿਹੜੇ ਮੋਸਟ ਕਰਪਟ ਤੇ ਇੰਨੇ ਅੱਤ ਦਰਜੇ ਦੇ ਆ, ਤੇ ਸਿਆਸਤਦਾਨ ਉਹਨਾਂ ਦੇ ਹੁਕਮਰਾਨ ਹੋ ਗਏ। ਹੁਣ ਅੰਗਰੇਜ਼ਾਂ ਨਾਲੋਂ ਕਿਤੇ ਜ਼ਿੰਦਗੀ ਆਮ ਜਨਤਾ ਦੀ ਔਖੀ ਆ। ਇਹਦਾ ਹੀ ਕਾਰਨ ਆ ਮਹਿੰਗਾਈ ਤੇ ਇੰਨਾ ਕੁਛ, ਇੰਨੀ ਬਦਹਾਲੀ ਅੰਗਰੇਜ਼ ਰਾਜ 'ਚ ਵੀ ਨਹੀਂ ਹੋਈ। ਇਤਿਹਾਸ ਪੜ੍ਹੋ ਜਿੰਨੀ ਅੱਜ ਹੋ ਰਹੀ, ਉਹਦਾ ਕਾਰਨ ਇਹਨਾਂ ਸਿਸਟਮ ਸਿਆਸਤਦਾਨਾਂ ਹਥਿਆ ਲਿਆ। ਉਸ ਤਰ੍ਹਾਂ ਹੀ ਉਹਨਾਂ ਦੀ ਅੰਗਰੇਜ਼ਾਂ ਦੀਆਂ ਕੁਰਸੀਆਂ ਤੇ ਬਹਿ ਗਏ। ਥੋੜਾ ਬਹੁਤਾ ਚੇਂਜ ਵੋਟਾਂ ਤੇ ਉਦੋਂ ਵੀ ਪੈਂਦੀਆਂ ਸਨ, ਉਦੋਂ ਵੀ ਥੋੜੀਆਂ ਬਹੁਤੀਆਂ ਵੋਟਾਂ ਪੈਂਦੀਆਂ ਸਨ। ਬਸ ਤੁਸੀਂ ਦੇਖਦੇ ਹੋ ਵੀ ਤਾਕਤਵਰ ਬੰਦਾ ਜਾਂ ਜਿਹਦੇ 'ਚ ਉਹ ਤਾਕਤਵਰ ਵੀ ਕਾਹਦਾ ਵੀ ਦੋ ਕੁ ਪਾਰਟੀਆਂ ਰਲ ਗਈਆਂ ਵਾਰੀ-ਵਾਰੀ, ਉਹ ਇੱਧਰ ਉੱਧਰ ਰਾਜ ਕਰੀ ਜਾਂਦੀਆਂ, ਤੇ ਜਾਂ ਕੋਈ ਬੰਦਾ ਇੰਡੀਪੈਂਡੈਂਟ ਕੋਈ ਇਮਾਨਦਾਰ ਬੰਦਾ ਪਹਿਲੀ ਗੱਲ ਤੇ ਖੜ ਨਹੀਂ ਸਕਦਾ, ਖੜੂ ਦੇ ਗੁੰਡੇ ਕੁੱਟ-ਕੁੱਟ ਕੇ ਇਹਨਾਂ ਦੇ ਉਹਦਾ ਬੁਰਾ ਹਾਲ ਕਰ ਦੇਣਗੇ। ਖੜ ਕੇ ਜਿਹੜਾ ਜਿੱਤ ਨਹੀਂ ਸਕਦਾ, ਦੂਜੀ ਤਰ੍ਹਾਂ ਸਹੀ ਜਿੱਤ ਗਿਆ ਤੇ ਫਿਰ ਵੀ ਇੱਕ ਬੰਦੇ ਦੀ ਕੋਈ ਵੈਲਿਊ ਨਹੀਂ। ਕੋਈ ਇਹਨਾਂ ਗਰੋਹ ਬਣਾ ਲਏ, ਪਾਰਟੀਆਂ ਨਹੀਂ ਇਹ ਗਰੋਹ ਸਿਆਸੀ, ਬਾਕੀ ਲੋਕਾਂ ਦੇ ਇਹ ਦੋਵੇਂ ਗਰੋਹ ਜਾਂ ਤਿੰਨ ਗਰੋਹ ਰਾਜ ਕਰ ਰਹੇ ਆ। ਜਿਹੜਾ ਤੇ ਬੰਦਾ ਗਰੋਹ ਦੇ ਵਿੱਚ ਮੈਂਬਰ ਆ ਉਹਦੇ ਸੇਫ ਆ, ਉਹਦੀ ਤੇ ਪੁਲਿਸ ਪ੍ਰੋਟੈਕਸ਼ਨ ਕਰਦੀ ਹੈ। ਜਿਹੜੇ ਮੇਰੇ ਤੁਹਾਡੇ ਵਰਗੇ ਆਮ ਸਧਾਰਨ ਲੋਕ ਆ ਵੀ ਅਸੀਂ ਕੀ ਲੈਣਾ ਉਹ ਜੇ ਕਰਨਾ, ਉਹਨਾਂ ਨੂੰ ਪੁਲਿਸ ਜਿਹੜੀ ਹੈ ਉਹਨਾਂ ਨਾਲ ਸਭ ਕੁਝ ਕਰਦੀ ਹੈ। ਇੱਥੋਂ ਤੱਕ ਕਿ ਵੀ ਅੰਗਰੇਜ਼ ਰਾਜ 'ਚ ਵੀ ਇੰਨਾ ਟਾਰਚਰ ਨਹੀਂ ਸੀ ਹੁੰਦਾ ਜਿਹੜਾ ਪੁਲਿਸ ਅੱਜ ਕਰ ਰਹੀ ਹੈ। ਇਹਦੇ ਕਾਰਨ ਹੀ ਬੱਚਿਆਂ ਭਗੌੜੇ ਹੁੰਦੇ ਆ ਇਹਨਾਂ ਦੇ। ਦੇਖ ਲਓ ਬਿਜਲੀ ਦੀਆਂ ਇਹਨਾਂ ਮਸ਼ੀਨਾਂ ਰੱਖੀਆਂ ਨੇ, ਕਰੰਟ ਲਾਉਂਦੇ ਆ, ਬਹੁਤ ਤਰ੍ਹਾਂ ਦਾ ਤਸ਼ੱਦਦ ਕਰਦੇ ਆ। ਬੱਚੇ ਡਰਦੇ, ਜਿਹੜਾ ਇੱਕ ਵਾਰ ਤਸ਼ੱਦਦ ਆ ਜਾਂਦਾ ਉਹ ਦੁਬਾਰਾ ਬੱਚਾ ਡਰਦਾ ਹੀ ਇਹਨਾਂ ਕੋਲ ਵੀ ਝੂਠਾ ਝਾਠਾ ਕੇਸ ਪਾਉਂਦੇ, ਉਹ ਡਰ ਜਾਂਦਾ, ਫਿਰ ਉਹ ਲੁਕਿਆ ਫਿਰਦਾ ਰਹਿੰਦਾ, ਤੇ ਜਿੰਨਾ ਚਿਰ ਫਿਰ ਘੇਰ ਕੇ ਮਾਰ ਦਿੰਦੇ ਆ। ਪੁਲਿਸ ਸਾਹਿਬ, ਅੰਮ੍ਰਿਤ ਜਦੋਂ ਆਇਆ ਸੀਗਾ ਜੇਲ੍ਹ ਤੋਂ ਸੰਸਕਾਰ ਉੱਥੇ, ਉਹਨੇ ਕਿਹਾ ਸੀਗਾ ਕਿ ਇਹ ਮੈਨੂੰ ਵੀ ਮਾਰ ਦੇਣਗੇ। ਅੰਮ੍ਰਿਤ ਨੇ ਵੀ ਇਹ ਗੱਲ ਜਿਹੜੇ ਸਵਾਲ ਸੀਗੇ ਉੱਥੇ ਚੱਕੇ ਸੀਗੇ। ਇਕੱਲੇ ਅੰਮ੍ਰਿਤ ਨੂੰ ਨਹੀਂ, ਇਹ ਕਈਆਂ ਨੂੰ ਮਾਰਨਗੇ। ਇਹ ਤਾਂ ਮੈਨੂੰ ਕੱਲ ਪਰਸੋਂ ਕੋਈ ਦੱਸ ਰਿਹਾ ਸੀ ਵੀ ਕੈਪਟਨ ਸਾਹਿਬ ਨੇ ਜਵਾਬ ਇੱਕ ਕਿਹਾ ਵੀ ਇੱਕ ਵਾਰਾਂ ਦੋ ਵਾਰਾਂ ਤੇ ਤੀਜੀ ਵਾਰਾਂ ਸ਼ੂਟ ਕਰ ਦਿਓ, ਤੇ ਨਾਲ ਕਹਿਤਾ ਵੀ ਨਸ਼ੇ ਵਾਲਿਆਂ। ਹੁਣ ਤੁਸੀਂ ਜੇਲ੍ਹਾਂ 'ਚ ਜਾ ਕੇ ਦੇਖ ਲਓ, ਜੇਲ੍ਹਾਂ 'ਚ 99% ਉਹ ਲੋਕ ਨੇ ਜਿਹੜੇ ਨਸ਼ਾ ਕਰਦੇ ਨੇ। ਕਈ ਨਸ਼ੇ ਦੇ ਮਾਰੇ ਲੋਕ ਜਿਹੜੇ ਆ, ਕੋਈ ਦੋ ਪੁੜੀਆਂ ਲਈਆਂ ਜਾਂ ਕੋਈ ਨਸ਼ਾ ਲਿਆ ਤੇ ਮਾੜਾ ਮੋਟਾ ਵੇਚ ਲੈਂਦੇ ਆ, ਮੁੱਖ ਸੇਲਰਾਂ ਨੂੰ। ਕਦੀ ਜਿਹੜੇ ਮੁੱਖ ਸੇਲਰ ਆ ਉਹ ਆਇਆ, ਉਹ ਇਹਨਾਂ ਦੇ ਲੋਕ ਨੇ। ਪਹਿਲਾਂ ਹੋਰ ਪਾਰਟੀ ਦੇ ਸਨ, ਇਹਨਾਂ ਨੇ ਵੰਡਿਆ ਵੀ ਰੇਤਾ ਕਿਹਨੂੰ ਦੇਣਾ, ਨਸ਼ਿਆਂ ਦਾ ਕੰਮ ਕਿਹਨੂੰ ਦੇਣਾ, ਉਹ ਕਿਹਨੂੰ ਦੇਣਾ। ਉਹ ਆਪੋ ਆਪਣਾ ਉਹ ਪਾਰਟੀਆਂ ਜਿਹੜੀਆਂ ਨੇ ਉਹ ਉੱਤੇ ਕਬਜ਼ਾ ਕਰ ਲੈਂਦੀਆਂ ਨੇ। ਕਦੀ ਹਾਈ ਸਕੇਲ 'ਚ ਨਸ਼ਾ, ਇੰਨਾ ਨਸ਼ਾ ਪੰਜਾਬ 'ਚ ਹੁੰਦਾ, ਕਦੀ ਹਾਈ ਸਕੇਲ 'ਚ ਪੰਜਾਬ ਪੁਲਿਸ ਨੇ ਫੜਿਆ ਤੇ ਇੱਕ ਮੇਰੇ ਵਰਗੇ ਬੰਦੇ ਨੂੰ ਉਹਦਾ ਮੁੰਡਾ ਮਾਰ ਕੇ, ਤੇ ਮੇਰੇ ਲਈ ਤੇ ਪੁਲਿਸ ਇੰਨੀ ਹੈਗੀ ਆ, ਤੇ ਬਾਕੀ ਥਾਂ ਥਾਂ ਨਸ਼ਾ ਕਿਉਂ ਖੁਦ ਪੈਸੇ ਲੈਂਦੀ ਨੇ, ਤਾਂ ਤੱਕ ਪੈਸਾ ਜਾਂਦਾ। ਵੇਚਣ ਵਾਲੇ ਲੋਕ ਐਡਵਾਂਸ ਇਹਨਾਂ ਨੂੰ ਮਹੀਨਾ ਦਿੰਦੇ, ਤੁਸੀਂ ਜਾਣਦੇ ਹੋ ਸਾਰੇ। ਮੈਂ ਜੋ ਬੋਲ ਰਿਹਾ ਤੁਸੀਂ ਨਿੱਜੀ ਤੌਰ ਤੇ ਸਾਰੇ ਜਾਣਦੇ ਹੋ, ਤੁਸੀਂ ਇੱਥੋਂ ਦੇ ਰਹਿਣ ਵਾਲੇ ਵੀ ਕੀ ਹੁੰਦਾ। ਤੇ ਜਿਹੜੇ ਲੋਕ ਮਹੀਨਾ ਭਰ ਕੇ ਵੇਚਦੇ ਆ ਉਹਨਾਂ ਨੂੰ ਕੋਈ ਨਹੀਂ ਪੁੱਛਦਾ। ਜੇ ਕੋਈ ਚੋਰੀ ਛਿਪੇ ਦੇ ਉੱਤੇ ਪਰਚਾ ਪੈ ਜਾਂਦਾ, ਜਾਂ ਉਹਨਾਂ 'ਚੋਂ ਕੋਈ ਮਹੀਨਾ ਨਹੀਂ ਦਿੰਦਾ, ਘੱਟ ਦਿੰਦਾ, ਉਹਦੇ ਤੇ ਕੇਸ ਪੈ ਜਾਂਦਾ। ਹੁਣ ਤੁਸੀਂ ਪੋਸਟਮਾਰਟਮ ਰਿਪੋਰਟ ਨੂੰ ਬੇਸ ਬਣਾ ਕੇ ਹਾਈ ਕੋਰਟ ਜਾਓਗੇ? ਕੱਲੀ ਪੋਸਟਮਾਰਟਮ ਰਿਪੋਰਟ ਨਹੀਂ, ਹੋਰ ਵੀ ਬੜੇ ਇਹ ਆ ਹੋਣਗੇ। ਕੱਲੀ ਪੋਸਟਮਾਰਟਮ ਕਿਹੜੀ ਕੋਰਟ 'ਚ ਜਾਓਗੇ, ਕਿਹੜਾ ਕੋਰਟ ਦਾ ਰੁਖ ਕਰੋਗੇ? ਜਿਹੜੀ ਵੀ ਕੋਰਟ ਹੋਏਗੀ, ਜਿਹੜੀ ਕੋਰਟ ਲਾਇਰ ਨਾਲ ਰਹਿ ਕਰਕੇ ਉਸੇ 'ਚ ਹੀ ਜਾਵਾਂਗੇ, ਤੇ ਮੈਂ ਜ਼ਰੂਰ ਜਾਊਂਗਾ। ਭੁੱਲਰ ਸਾਹਿਬ, ਜਿਹੜੀ ਪੁਲਿਸ ਦੀ ਗੱਲ ਤੁਸੀਂ ਕਰ ਰਹੇ ਹੋ ਕਿ ਰਿਐਲਿਟੀ ਵਿੱਚ ਹੀ ਪੁਲਿਸ ਇੱਦਾਂ ਕਰ ਸਕਦੀ ਹੈ? ਬਿਲਕੁਲ ਕਰ ਸਕਦੀ ਹੈ, ਕਰਦੀ ਗਈ ਹੈਗੀ। ਕਿਉਂਕਿ ਤੁਸੀਂ ਵੀ ਪੰਜਾਬ ਪੁਲਿਸ ਬਿਲਕੁਲ, ਤੁਸੀਂ ਵੀ ਲੰਮਾ ਸਮਾਂ ਪੁਲਿਸ ਵਿੱਚ ਰਹੇ। ਮੈਂ ਲੰਮੇ ਸਾਲ ਪੁਲਿਸ 'ਚ ਰਿਹਾ, ਪਰ ਜੇ ਮੈਂ ਨਹੀਂ ਕੀਤਾ ਤੇ ਇਹ ਥੋੜਾ ਵੀ ਲੋਕਾਂ ਨੇ ਕੀਤਾ। ਮੈਂ ਦੇਖਦਾ ਰਿਹਾ ਕਰਦੇ, ਮੇਰੇ ਨਾਲ ਦੇ ਲੋਕ ਕਰਦੇ ਰਹੇ। ਅਸੀਂ ਲੋਕ ਡਿਸਪਲਿਨ ਦੇ ਵਿੱਚ, ਪੁਲਿਸ ਨੂੰ ਵੀ ਇੰਨਾ
ਅਫਸਰ ਜਿਹੜੇ ਆ ਉਹ ਸਿਆਸਤਦਾਨਾਂ ਨਾਲ ਬਿਲਕੁਲ ਐ ਹੋ ਗਏ ਤੇ ਪੁਲਿਸ ਬਾਕੀ ਤੇ ਇਹਨਾਂ ਦੇ ਆਰਡਰ ਤੇ ਹੀ ਬੱਧੀ ਫਿਰਦੀ ਆ। ਇਸੇ ਆਰਡਰ ਨਾਲ ਅੰਗਰੇਜ਼ਾਂ ਨੇ ਇੰਨਾ ਚਿਰ ਰਾਜ ਕੀਤਾ। ਇਸੇ ਉਹਨਾਂ ਨੇ ਐਕਟ ਤੇ ਪੁਲਿਸ ਰੂਲ ਤੇ ਕਾਨੂੰਨ ਇਹੋ ਜਿਹੇ ਬਣਾਏ ਵੀ ਉਹ ਗੁਲਾਮ ਦੇਸ਼ ਤੇ ਰਾਜ ਕਰ ਸਕੇ। ਉਹ ਰਾਜ ਇਹ ਸਿਆਸਤਦਾਨ ਕਰਨ ਦੇ ਤੇ ਪੁਲਿਸ 'ਚ ਵੀ ਜੇ ਇਮਾਨਦਾਰ ਅਫਸਰ ਆ ਤੇ ਕਿਤੇ ਤੁਹਾਨੂੰ ਇਮਾਨਦਾਰ ਅਫਸਰ ਨਹੀਂ ਲੱਭੇਗਾ। ਉਹਨਾਂ ਲਈ ਖੁੱਡੇ ਬਣਾਏ। ਪਹਿਲੀ ਗੱਲ ਤੇ ਅਫਸਰਾਂ ਦੀ ਐਡੀ ਵੱਡੀ ਧਾੜ ਜਮ੍ਹਾਂ ਕਰਤੀ ਅੱਤਵਾਦ ਦੇ ਨਾਂ ਤੇ ਵੀ ਅੱਧਾ ਮੇਰਾ ਖਿਆਲ ਜਿੰਨਾ ਸਾਰੀ ਪੁਲਿਸ ਦਾ ਖਰਚਾ ਅੱਧਿਓਂ ਜ਼ਿਆਦਾ ਦੇ ਅਫਸਰਾਂ ਦੀਆਂ ਤਨਖਾਹਾਂ ਦੇ ਕੋਠੀਆਂ ਜੇ ਇੱਧਰ ਉੱਧਰ ਐਡੇ ਪਹਿਲੇ ਦਿਨ ਤੋਂ ਹੀ ਪੁਲਿਸ ਜਿਹੜੀ ਹੈ ਤੁਹਾਡੇ ਸਾਹਮਣੇ ਜਿੱਦਣ ਦਾ ਉਹਦਾ ਕਤਲ ਹੋਇਆ ਉਦਣ ਤੋਂ ਹੀ ਪੁਲਿਸ ਇਹ ਕੰਮ ਕਰ ਰਹੀ ਹੈ ਤੇ ਲਗਾਤਾਰ ਜਾਰੀ ਹੈ ਤੇ ਪੁਲਿਸ ਕਦੀ ਵੀ ਨਹੀਂ ਹਟੀ ਇਸ ਕੰਮ ਤੋਂ। ਕਈ ਵਾਰ ਵਰਦੀ ਤੋਂ ਛਪਾਉਣ ਲਈ ਇੱਥੇ ਪੱਤਰਕਾਰਾਂ ਦੀਆਂ ਤਲਾਸ਼ੀਆਂ ਲਈਆਂ ਗਈਆਂ। ਤੁਸੀਂ ਸੁਣਿਆ ਹੀ ਆ, ਇੱਥੇ ਤੁਹਾਡੇ ਸਾਹਮਣੇ ਰਿਪੋਰਟਰਾਂ ਨੇ ਕਿਹਾ ਕੀ ਹੋਇਆ ਤੇ ਇਹ ਜਾਰੀ ਹੈ। ਕਈ ਵਾਰ ਆਇਆ ਵੀ ਉਹ ਛਪਾਉਣ ਲਈ ਸਿਵਲ 'ਚ ਕੀਤਾ ਜਾਂਦਾ। ਪਹਿਲੇ ਦਿਨ ਤੋਂ ਹੀ ਇਹ ਕਰ ਰਹੇ ਆ ਤੇ ਇੱਥੋਂ ਹੀ ਤੁਸੀਂ ਅੰਦਾਜ਼ਾ ਲਾ ਲਓ ਵੀ ਮੇਰੇ ਤੇ ਕੀ ਕਰ ਰਹੇ ਆ। ਮੈਂ ਅੱਤਵਾਦੀ, ਮੈਂ ਗੈਂਗਸਟਰ ਹਾਂ। ਜਦੋਂ ਉਹਨੂੰ ਇਹਨਾਂ ਮਾਰਤਾ ਤੇ ਮੇਰੇ ਤੇ ਗੱਲ ਹੀ ਕਰਦੇ ਆ। ਕਿਉਂ? ਵੀ ਮੈਂ ਆਵਾਜ਼ ਨਾ ਉਠਾਵਾਂ। ਜਿਵੇਂ ਇਹਨਾਂ ਨੂੰ ਕਹਾਂ ਵੀ ਸ਼ਾਬਾਸ਼ ਬਹੁਤ ਚੰਗਾ ਕੀਤਾ ਤੁਸੀਂ, ਮੇਰਾ ਮੁੰਡਾ ਮਾਰਿਆ ਖਤਮ ਕਰਤਾ ਤੇ ਦੂਜਿਆਂ ਨੂੰ ਵੀ ਮਾਰੋ, ਫਿਰ ਇਹ ਖੁਸ਼ ਆ। ਫਿਰ ਮੈਨੂੰ ਵੀ ਪਾਰਟੀ 'ਚ ਕੋਈ ਅਹੁਦਾ ਦੇਣਗੇ, ਆਓ ਜੀ ਮੇਰੇ ਗੱਲ 'ਚ ਵੀ ਹੱਥ ਪਾ ਦੇਣਗੇ। ਤੇ ਜੇ ਮੈਨੂੰ ਦੱਸਿਆ, ਮੈਨੂੰ ਮੀਡੀਆ ਨੇ ਦੱਸਿਆ, ਮੈਨੂੰ ਲੋਕਾਂ ਨੇ ਉੱਥੇ ਦੱਸਿਆ ਵੀ ਇਹ ਬਿਲਕੁਲ ਫੇਕ ਇਨਕਾਊਂਟਰ ਆ, ਫਿਰ ਵੀ ਉਹਨਾਂ ਚਿਰ ਜਿੰਨਾ ਚਿਰ ਮੈਂ ਕੋਈ ਸਬੂਤ ਨਹੀਂ ਇਹ ਆ ਮੈਂ ਨਹੀਂ ਬੋਲਿਆ, ਮੈਂ ਮੂੰਹ ਨਹੀਂ ਖੋਲ੍ਹਿਆ ਉੱਥੇ ਵੀ। ਤੇ ਮੈਨੂੰ ਇਹਨਾਂ ਲਾਸ਼ ਨਹੀਂ ਦਿਖਾਈ, ਮੈਨੂੰ ਪੋਸਟਮਾਰਟਮ ਰਿਪੋਰਟ ਨਹੀਂ ਦਿੱਤੀ, ਮੈਨੂੰ FIR ਨਹੀਂ ਦਿੱਤੀ, ਪੈਕ ਕਰਕੇ ਬਾੜੀ ਦਿੱਤੀ। ਜੋ ਬਾੜੀ ਖੋਲ੍ਹੀ ਮੈਂ ਵੇਖਿਆ ਤੇ ਫਿਰ ਮੈਂ ਬੋਲਿਆ। ਤੇ ਮੇਨ ਤੇ ਇਹ ਆ ਵੀ ਇਹ ਮੇਰੀ ਆਵਾਜ਼ ਕੀ ਵੀ ਮੈਂ ਉਹਦੀ ਪੈਰਵਾਈ ਨਾ ਕਰ ਸਕਾਂ, ਕਿਉਂਕਿ ਵੱਡੇ ਅਫਸਰਾਂ ਨੇ ਹੁਕਮਰਾਨਾਂ ਦੇ ਕਹਿ ਤੇ ਹੀ ਮਰਡਰ ਕੀਤਾ ਤੇ ਇਹਨਾਂ ਨੂੰ ਇਸ ਗੱਲ ਦਾ ਡਰ ਆ ਵੀ ਜੇ ਇਹ ਪੈਰਵਾਈ ਕਰੂਗਾ ਤੇ ਇਹ ਕੇਸ 'ਚ ਫਸ ਸਕਦੇ ਆ। ਇਸ ਕਰਕੇ ਇਹਨਾਂ ਇਹ ਆ ਵੀ ਇਹਦੇ ਤੇ ਇਹ ਕਰੋ ਜਾਂ ਮੈਨੂੰ ਝੂਠੇ ਕੇਸਾਂ 'ਚ ਫਸਾਉਣ ਦੀ ਕੋਸ਼ਿਸ਼ ਕਰਨਗੇ। ਹੁਣ ਤੁਸੀਂ ਵੇਖ ਲਓ ਵੀ ਹੁਣ ਤੱਕ ਤੇ ਜਿਹੜੀ ਆ ਅੱਜ ਤੱਕ ਤੁਹਾਡੇ ਸਾਹਮਣੇ ਹੀ ਆ ਤੇ ਇਹਦੋਂ ਬਾਅਦ ਤੁਸੀਂ ਸੁਣ ਲੋਗੇ ਵੀ ਕੋਈ ਨਾ ਕੋਈ ਬਿਆਨ ਲਿਖ ਦੇਣਗੇ ਕਿ ਬਿਆਨ 'ਚ ਪਾ ਦੇਣਗੇ ਇਹਨਾਂ ਲਿਖਣਾ ਇਹਨੇ ਆਹ ਕੀਤਾ ਜੀ ਹੁਣ 60 ਕਿੱਲੇ ਜਿਹੜੀ ਦੱਸੀ ਜਾਂਦੇ ਆ। ਤੇ ਮੈਂ ਤਾਂ ਕਹਿੰਦਾ ਵੀ ਮੈਂ ਉਹ 2 ਕਿੱਲੇ ਵੀ ਦੇ ਦਿੰਦਾ ਤੇ ਜਿਹੜੀ ਬਾਕੀ ਆ 60 ਕਿੱਲੇ 60 ਦੇ 2 62 ਹੋ ਜਾਣਗੇ। ਇਹ ਕੈਪਟਨ ਸ਼ਿਕਾਰ ਖੇਡਣ ਲਈ ਉੱਥੇ ਬਣਾ ਲੇ ਜਗ੍ਹਾ, ਆਪਣੇ ਯਾਰਾਂ ਬਿਲੀਆਂ ਨਾਲ ਖੇਡਿਆ ਕਰੇ, ਰੱਖ ਲੈ 60 ਕਿੱਲੇ ਜਿਹੜੀ 2 ਨੰਬਰ 'ਚ ਮੈਂ ਬਣਾਈ ਮੈਂ 2 ਵੀ ਦੇ ਦਿੰਦਾ 62 ਕਰ ਲਈ। ਤੇ ਸ਼ਰਾਬ ਦੀ ਫੈਕਟਰੀ ਆਪਣੀ ਪਾਰਟੀ ਲਈ ਪੀਣ ਲਈ ਰੱਖ ਲਈ। ਮੈਨੂੰ ਸ਼ਰਾਬ ਦੀ ਫੈਕਟਰੀ ਨਹੀਂ ਚਾਹੀਦੀ, ਮੈਨੂੰ 60 ਕਿੱਲੇ ਜ਼ਮੀਨ ਨਹੀਂ ਚਾਹੀਦੀ। ਤੇ ਇਹੋ ਜਿਹੀਆਂ ਗੱਲਾਂ ਇਹ ਗਰਾਊਂਡ ਬਣਾਉਣ ਲਈ ਕਰ ਰਹੇ ਆ ਵੀ ਕੱਲ ਨੂੰ ਜਿਹੜੇ ਲੋਕ ਵਾਕਿਆ ਹੀ ਆ। ਮੈਂ ਇੰਨੇ ਦਿਨਾਂ ਬਾਅਦ ਅੱਜ ਇਸ ਕਰਕੇ ਬੋਲਿਆ ਵੀ ਇਹ ਮੇਰੇ ਇਹੋ ਜਿਹੀਆਂ ਅਫਵਾਹਾਂ ਫੈਲਾ ਕੇ ਮੈਨੂੰ ਬਦਨਾਮ ਕਰਨ ਲਈ ਤੇ ਇਹਨੂੰ ਵੀ ਕੱਲ ਨੂੰ ਕੋਈ ਝੂਠਾ ਮੂਠਾ ਕੇਸ ਬਣਾਉਣਗੇ, ਆਪੇ ਜੇਲ੍ਹ 'ਚ ਮਰ ਜਾਊਗਾ, ਬਿਮਾਰੀਆਂ ਦਾ ਸ਼ਿਕਾਰ ਆ। ਪਹਿਲੀ ਗੱਲ ਦੁੱਖ ਨਹੀਂ ਮਰ ਜਾਊਗਾ। ਰੋਟੀ ਤੇ ਮੈਂ ਇੱਥੇ ਨਹੀਂ ਖਾਂਦਾ, ਲੰਘਦੀ ਨਹੀਂ, ਮੈਨੂੰ ਹਜਮ ਹੀ ਨਹੀਂ ਹੁੰਦੀ, ਮੇਰੇ 'ਚ ਡਿਪਰੈਸ਼ਨ ਇੰਨੀ ਆ ਤੇ ਜੇਲ੍ਹ 'ਚ ਤੇ ਮੇਰੇ ਲਈ ਕਿਹੜਾ ਉਹ ਖਾਣੇ ਆ, ਮਰੂੰਗਾ ਹੀ ਮੈਂ ਜਦੋਂ ਮੇਰੇ ਕੋਈ ਅੰਦਰ ਨਹੀਂ ਜਾਣਾ, ਕੇਸ ਪਾ ਕੇ ਮਰ ਜਾਊਗਾ ਵੀ ਉਹ ਹੈਗਾ ਸੀ ਤੇ ਇਹ ਆ। ਤੇ ਬਿਲਕੁਲ ਇਹਨਾਂ ਦੀ ਚਾਲ ਆ ਤੇ ਆਉਂਦੇ ਦਿਨਾਂ 'ਚ ਤੁਸੀਂ ਵੇਖੋਗੇ ਕੋਈ ਝੂਠਾ ਕੇਸ ਬਣਾ ਦੇਣਗੇ। ਕਿਸੇ ਨੇ ਬਿਆਨ ਲਿਖਿਆ ਹੋਊ ਵੀ ਲੈ ਜੀ ਇਹਨੂੰ ਆਹ ਦੇ ਗਿਆ, ਉਹਦੇ ਜੈਪਾਲ ਭੁੱਲਰ ਦੇ ਪਿਓ ਨੂੰ ਆਹ ਕੀਤਾ। ਇੱਥੇ ਬੜੀ ਵੱਡੀ ਅਫਵਾਹ ਫੈਲਾਈ ਗਈ ਜੀ ਉਹ ਜੈਪਾਲ ਭੁੱਲਰ ਦਾ, ਮੈਂ ਮੀਡੀਆ 'ਚ ਸੁਣਿਆ ਜੈਪਾਲ ਭੁੱਲਰ ਦਾ ਸਾਥੀ ਆ ਗਗਨ, ਇੱਥੇ ਜੱਜ ਕੋਈ ਤੇ ਗਗਨ ਦੇ ਘਰ ਜਿਹੜੀ ਆ ਉਹ NIA ਟੀਮ ਆਈ ਹੈ। ਦੱਸੋ ਵੀ NIA ਟੀਮ ਨੇ ਕੀ ਉਹਦੇ ਘਰੋਂ ਕੱਢਿਆ? ਉਹ ਸਿਰਫ ਇਹੋ ਹੀ ਇਹਨਾਂ ਅਫਸਰਾਂ ਦਾ ਹੀ ਢਕਵਾਂਜਿਆ। ਤੇ ਮੈਨੂੰ ਪੁੱਛਦੇ ਤੇ ਮੈਂ ਕਹਿਣਾ ਵੀ ਮੇਰੇ ਘਰ ਵੀ ਭੇਜ ਦਿਓ। ਜੇ ਗਗਨ ਜੱਜ ਦੇ ਘਰ ਜੈਪਾਲ ਭੁੱਲਰ ਕਰਕੇ ਆਈ ਤੇ ਜੈਪਾਲ ਭੁੱਲਰ ਦੀ ਵੀ ਤਲਾਸ਼ੀ ਲਓ ਘਰ ਦੀ,
ਅਸੀਂ ਕੀ ਪਤਾ ਕਿੰਨਾ ਕੁ ਜੇ ਦੇਸ਼ ਵਿਰੋਧੀ ਆ ਤੇ ਅਸੀਂ ਜਿੱਥੋਂ ਫੜਿਆ ਜਾਊਗਾ ਸਮਾਨ ਸਾਡੇ ਘਰੋਂ। ਪਰ ਇਹ ਆ ਵੀ ਤਲਾਸ਼ੀ 2 ਪ੍ਰੈਸ ਵਾਲਿਆਂ ਸਾਹਮਣੇ ਜਾਂ 2 ਮੁਤਬਰ ਬੰਦਿਆਂ ਸਾਹਮਣੇ ਲੈਣ। ਹਾਂ, ਉਹ ਤਲਾਸ਼ੀ ਨਹੀਂ ਵੀ ਉਹੀ ਜਿਵੇਂ ਕਰਦੇ ਆ ਕਰ ਲੈਣ। ਮੈਂ ਜਦੋਂ ਮਰਜ਼ੀ ਤਲਾਸ਼ੀ ਲੈ ਲੈਣ, ਕਿਸੇ ਤੁਹਾਡੇ ਚੋਂ 2 ਬੰਦੇ ਸੱਦ ਲੈਣ ਤੇ ਮੈਨੂੰ ਯਕੀਨ ਆ ਅਸੀਂ ਬਿਲਕੁਲ ਤੁਹਾਡੇ ਸਾਹਮਣੇ ਸਾਰੀ ਪੁੱਟ ਦੇਣ, ਭਾਵੇਂ ਮੇਰਾ ਘਰ ਢਾਹ ਦੇਣ, ਮੈਂ ਨਹੀਂ ਬੋਲਦਾ। ਤਾਂ ਕੀ ਇਸ ਤਰ੍ਹਾਂ ਦੀ ਕੋਈ ਇਨਪੁਟ ਆਈ ਹੈ ਤੁਹਾਡੇ ਕੋਲ ਕਿ ਇਨਵੈਸਟੀਗੇਸ਼ਨ ਨੂੰ ਲੈ ਕੇ ਕੁਝ ਕਰ ਰਹੇ ਇਦਾਂ ਦਾ ਚੱਲ ਰਿਹਾ ਪਲਾਨ ਕੁਝ? ਨਹੀਂ, ਆ ਤੇ ਤੁਹਾਡਾ ਪਤਾ ਨਹੀਂ ਕਿਸ ਤਰ੍ਹਾਂ ਦਾ ਸਵਾਲ ਆ ਵੀ ਮੈਂ ਤੁਹਾਨੂੰ ਦੱਸ ਚੁੱਕਿਆ ਵੀ ਆ ਕੁਝ ਚੱਲ ਰਿਹਾ ਵਾ ਵੀ ਆ ਉਹਨਾਂ ਨੇ ਮੀਡੀਆ 'ਚ ਕਰ ਰਿਹਾ ਵੀ 60 ਕਿੱਲੇ ਜ਼ਮੀਨ ਹੈ। ਇਨਪੁਟ ਤੇ ਆਊਟਪੁੱਟ ਹੁਣ ਮੈਂ ਕੀ ਤੁਹਾਨੂੰ ਦੱਸਾਂ, ਗੱਲ ਤਾਂ ਮੈਂ ਤੁਹਾਨੂੰ ਦੱਸਤੀ ਜੀ। ਅਸੀਂ ਹਾਂ ਠੀਕ ਹੈ ਸਰ। ਠੀਕ ਹੈ।